मोदी सरकार ਨੂੰ ਇੱਕ ਮਤਲਬ ਡਰ ਲੱਗ ਰਿਹਾ ਕਿ ਜੇ ਮੈਂ ਇਹ ਕਾਨੂੰਨ ਵਾਪਸ ਲੈ ਲੇ ਤੇ ਕੱਲ ਨੂੰ ਜੰਮੂ ਕਸ਼ਮੀਰ ਵਾਲੇ ਵੀ ਤੁਰ ਪੈਣਗੇ। ਇਹਨਾਂ ਚੀਜ਼ਾਂ ਤੋਂ ਹਉਮੈ ਹੰਕਾਰ ਛੱਡ ਕੇ ਲੋਕ ਹਿੱਤ ਜਿਹੜੇ ਫੈਸਲੇ ਨੇ ਉਹ ਲੈਣੇ ਚਾਹੀਦੇ ਨੇ ਔਰ ਜੋ ਵੀ ਇਹ ਕਿਸਾਨਾਂ ਦੀ ਮੰਗ ਹੈ ਉਹਨੂੰ ਛੇਤੀ ਤੋਂ ਛੇਤੀ ਮੰਗ ਕੇ ਉਹਨਾਂ ਨੂੰ ਘਰਾਂ ਨੂੰ ਤੋਰਨਾ ਚਾਹੀਦਾ। ਦੇਖੋ ਉਸ ਦਿਨ ਜਿਹੜੇ ਬੰਦੇ ਲਾਲ ਕਿਲੇ ਵੱਲ ਗਏ ਨੇ 20 ਸਾਲ ਦੇ ਟੀਨੇਜ ਬੱਚੇ ਮਤਲਬ 13 ਤੋਂ ਮਤਲਬ 20 ਸਾਲ ਤੱਕ ਉਹ ਉਹਨਾਂ ਨੂੰ ਫੋਲੋ ਕਰਦੇ ਨੇ। ਅੱਗੋਂ ਗੋਲੀ ਵੀ ਚੱਲ ਸਕਦੀ ਸੀ। ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਨਾਲ ਆਪਾਂ ਗੋਲੀ ਨਾਲ ਲੜ ਸਕਦੇ ਹਾਂ? ਸਰਕਾਰ ਕੋਲ ਕਈ ਫੋਰਸਸ ਨੇ, BSF ਹੈ, ਫੌਜ ਹੈ, ISF ਹੈ, ਸਾਰਾ ਕੁਝ ਹੈਗਾ। ਅਸੀਂ ਗੋਲੀ ਨਾਲ ਨਹੀਂ ਲੜ ਸਕਦੇ। ਸਰਕਾਰ ਕੋਲ ਅਸੀਂ ਹਮਦਰਦੀ ਨਾਲ ਲੜ ਸਕਦੇ। ਇਸ ਤੋਂ ਵੱਡੀ ਚਪੇੜ ਸਰਕਾਰ ਦੇ ਮੂੰਹ ਤੇ ਕੋਈ ਨਹੀਂ ਹੈਗੀ ਕਿ ਘਰ ਘਰ ਕਿਸਾਨਾਂ ਦੀ ਚਰਚਾ ਹੋਣ ਡਈ ਹੈ। ਜੇ ਸੂਬੇ ਪ੍ਰਤੀ ਜੋ 2002 ਤੋਂ 7 ਵਾਲਾ ਕੈਪਟਨ ਸੀਗਾ ਉਹ ਨਹੀਂ ਹੈਗਾ ਤੇ ਕੀ ਮੈਨੂੰ ਦੱਸੋ ਪਾਣੀਆਂ ਦੇ ਬਿੱਲ ਰੱਦ ਹੋ ਗਏ ਅੱਜ ਤੱਕ? ਕੀ ਜਿਹੜੇ ਇਹਨਾਂ ਫਸਲਾਂ ਦੇ ਬਿੱਲ ਨੇ ਰੱਦ ਕੀਤੇ ਸੀ ਉਹ ਰੱਦ ਹੋ ਗਏ? ਕੁਝ ਵੀ ਨਹੀਂ ਹੈ। ਲੋਕਾਂ ਨੂੰ ਸ਼ਦਾਈ ਬਣਾਇਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਆਪ ਉੱਥੇ ਧਰਨੇ ਤੇ ਬਹਿ ਜਾਣ ਨਾਲ ਸਿੰਘੂ ਜਾ ਕੇ ਤੇ ਇਹਨਾਂ ਨੂੰ ਪਤਾ ਲੱਗੇ ਲੋਕ ਇਹਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਨੇ। ਬਿੱਟੂ ਦਾ ਪਿਆਰ ਚੈੱਕ ਕਰ ਹੀ ਦਿੱਤਾ ਨਾ ਲੋਕਾਂ ਨੇ। आज हम पहुंचे हैं खालसा कॉलेज। देखिए बाहर जो खालसा कॉलेज के बाहर प्रदर्शन किया जा रहा है, ये लोग किसानों के पक्ष में उतरे हैं। इनका कहना है कि केंद्र सरकार की ओर से जो तीनों कानून लाए गए हैं वो किसानों के किसानी को बर्बाद कर देंगे। हमारे साथ कुछ लोग यहाँ पे स्टूडेंट्स भी हमसे बात करते हैं। की नाम है थोड़ा? डॉक्टर अनुरीत। अच्छा डॉक्टर साहब, आज तुम इत्थे क्यों आए हो? क्या मांग है तुहाडी? ਸਭ ਤੋਂ ਪਹਿਲਾਂ ਤੇ ਸਾਡੀ ਮੰਗ ਇਹੀ ਆ ਕਿ ਜਿਹੜੇ 3 ਬਿੱਲ ਹਜੇ ਪਾਸ ਹੋਏ ਆ ਉਹ ਵਾਪਸ ਲਏ ਜਾਣ। ਜੋ ਵੀ 26 ਤੋਂ ਬਾਅਦ ਜਿਹੜੇ ਵੀ ਇਵੈਂਟਸ ਹੋਏ ਆ, ਜਿੱਦਾਂ ਮਨਦੀਪ ਪੁਨੀਆ ਹੈਗਾ ਵਾ, ਉਹਨਾਂ ਦੀ ਅਰੈਸਟ ਹੋਈ ਹੈਗੀ ਆ, ਪੁਲਿਸ ਬਰੂਟੈਲਿਟੀ ਇੰਨੀ ਜ਼ਿਆਦਾ ਹੋਈ ਹੈਗੀ ਆ ਐਂਡ ਸਾਡੇ ਕਿਸਾਨ ਵੀਰ ਉੱਥੇ ਜਿਨ੍ਹਾਂ ਨੂੰ ਟੈਰਰਿਸਟ ਕਿਹਾ ਜਾਣ ਡਿਆ ਹੈਗਾ ਵਾ, ਆਪਾਂ ਉਹਦੇ ਵਾਸਤੇ ਰੋਜ਼ ਆਪਣਾ ਇੱਥੇ ਜ਼ਾਹਿਰ ਕਰਨ ਆਏ ਹੈਗੇ ਆ। ਉਹਦੇ ਵਾਸਤੇ ਪੀਸਫੁਲ ਪ੍ਰੋਟੈਸਟ ਹੁੰਦਾ ਪਿਆ ਹੈਗਾ ਵਾ ਐਂਡ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਆਪਾਂ ਆਪਣੇ ਕਿਸਾਨ ਵੀਰਾਂ ਦੇ ਬਿਲਕੁਲ ਨਾਲ ਹੈਗੇ ਆ ਐਂਡ ਜਦੋਂ ਤੱਕ ਇਹ ਖਤਮ ਨਹੀਂ ਹੁੰਦਾ ਆਪਾਂ ਉਹਨਾਂ ਨਾਲ ਹੈ। ਬਾਈ ਪ੍ਰੋਫੈਸ਼ਨ ਤੁਸੀਂ ਡਾਕਟਰ ਹੋ? ਹਾਂਜੀ ਹਾਂਜੀ। ਤੇ ਤੁਹਾਨੂੰ ਕੀ ਲੱਗਦਾ 26 ਜਨਵਰੀ ਤੋਂ ਵਾਲੇ ਦਿਨ ਹੀ ਉਹਨਾਂ ਤੇ ਤਸ਼ੱਦਦ ਹੋਈ ਹੈ ਜਾਂ ਕਿਸਾਨਾਂ ਦੇ ਪਹਿਲੇ ਵੀ ਜ਼ੁਲਮ ਹੋ ਰਿਹਾ? ਕਿਸਾਨਾਂ ਦੇ ਬਹੁਤ ਜ਼ਿਆਦਾ ਜ਼ੁਲਮ ਹੁੰਦਾ ਪਿਆ ਵਾ, ਸ਼ੁਰੂ ਤੋਂ ਹੀ ਜ਼ੁਲਮ ਹੁੰਦਾ ਪਿਆ ਵਾ। ਹਜੇ 26 ਵਾਲੀ ਨਿਊਜ਼ ਤੇ ਇਹਨਾਂ ਨੇ ਬਹੁਤ ਜ਼ਿਆਦਾ ਵਧਾਤੀ ਆ, ਹੈ ਨਾ। 26 ਤੋਂ ਪਹਿਲਾਂ ਵੀ 2-3 ਮਹੀਨੇ ਤੱਕ ਸਾਡੇ ਕਿਸਾਨ ਬਾਰਡਰਸ ਤੇ ਬੈਠੇ ਰਹੇ ਹੈਗੇ ਆ ਐਂਡ ਉੱਥੇ ਲੜਦੇ ਪਏ ਆ, ਠੰਡ 'ਚ ਬੈਠੇ ਰਹੇ ਹੈਗੇ ਆ। 26 ਥੋੜੀ ਜੀ ਪੁਲਿਸ ਬਰੂਟੈਲਿਟੀ ਦੇ ਕਾਰਨ ਇਹਨਾਂ ਨੇ ਗੱਲਾਂ ਵਧਾਤੀਆਂ ਹੈਗੀਆਂ ਵਾ, ਬਟ ਜੋ ਸਾਡਾ ਮੁੱਦਾ ਹੈਗਾ ਵਾ ਉਹ ਸ਼ੁਰੂ ਤੋਂ ਇਹੀ ਸੀ ਕਿ ਆਪਾਂ ਜਿਹੜੇ 3 लॉज हैगे आ वो हटवाने हैगे आ। देखिए हमारे साथ हैं मनदीप सिंह मन्ना, बेबाक अपनी बात रखते रहे हैं। ये कांग्रेस के पूर्व प्रदेश प्रवक्ता रहे हैं। मनदीप जी, आज तुसी भी ये बच्चे सारे कर रहे हैं, रोज़ इकट्ठे हुए हैं, तो की कहना थोड़ा? ਇਹ ਇਕੱਲੇ ਬੱਚੇ ਹੀ ਨਹੀਂ ਜੀ ਹੈਗੇ, ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਨੇ। ਇਹਨਾਂ ਨੇ ਵਾਗਡੋਰ ਸਾਹਮਣੀ ਇਸ ਸੂਬੇ ਦੀ, ਇਸ ਦੇਸ਼ ਦੀ। ਔਰ ਇਹੋ ਜਿਹਾ ਜਨੂਨ ਦੇਖ ਕੇ ਮੈਂ ਤੁਹਾਡੇ ਹਰ ਮੰਚ ਤੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਮੇਰਾ ਆਪਣਾ ਮੰਚ ਹੈ, ਚਾਹੇ ਸੋਸ਼ਲ ਮੀਡੀਆ ਹੈ, ਚਾਹੇ ਪ੍ਰੈਸ ਰਿਪੋਰਟਰਸ ਦੇ ਰਾਹੀਂ, ਕਿ ਬੱਚਿਆਂ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਪਊਗਾ। ਪ੍ਰੋਫੈਸ਼ਨਲ ਜਿਹੜੇ ਲੋਕ ਰਾਜਨੀਤੀ ਕਰਦੇ ਨੇ ਉਹਨਾਂ ਤੋਂ ਛੁਟਕਾਰਾ ਚਾਹੀਦਾ, ਕਿਉਂਕਿ ਉਹਨਾਂ ਤੇ ਆਪਣੇ ਵੱਡੇ ਵੱਡੇ ਕਾਰੋਬਾਰ ਮਤਲਬ ਬਿਜ਼ਨਸ ਟਾਈਕੂਨ ਬਣ ਚੁੱਕੇ ਨੇ। ਉਹਨਾਂ ਤੋਂ ਲਹਿਦਾ ਇੱਕ ਰਾਜਨੀਤੀ ਸੇਵਾ ਵਾਲੀ ਚਾਹੀਦੀ ਆ। ਔਰ ਅੱਜ ਇਹਨਾਂ ਨੇ ਮੈਨੂੰ ਇੱਕ ਮੈਸੇਜ ਕੀਤਾ ਸੀਗਾ ਫੋਨ ਤੇ ਔਰ ਮੈਨੂੰ ਬੜੀ ਮਤਲਬ ਖੁਸ਼ੀ ਮਹਿਸੂਸ ਹੋਈ ਆ ਕਿ ਸਾਡੇ ਮਾਝੇ ਦੇ ਲੋਕ, ਸਾਡੇ ਸ਼ਹਿਰ ਦੇ ਲੋਕ, ਸਾਡੇ ਬੱਚਿਆਂ 'ਚ ਇੰਨਾ ਜਨੂਨ ਹੈ ਕਿ ਅਸੂਲੋਂ ਪਰ ਅਗਰ ਆਂਚ ਆਏ ਤਾਂ ਟਕਰਾना ਜ਼ਰੂਰੀ ਹੈ, ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆना ਜ਼ਰੂਰੀ ਹੈ। ਇਹਨਾਂ ਆਪਣੀ ਹੋਂਦ ਦਾ ਸਬੂਤ ਦਿੱਤਾ ਕਿ ਅਸੀਂ ਜਿਹੜੇ ਕਿਸਾਨ ਉੱਥੇ ਬੈਠੇ ਨੇ, ਅੱਜ ਦਾ ਤਸ਼ੱਦਦ ਨਹੀਂ ਹੋ ਰਿਹਾ। ਤੁਸੀਂ ਦੇਖੋ ਜਿਹੜੀਆਂ ਵੀ ਸਰਕਾਰਾਂ ਆਈਆਂ, ਮੈਂ ਇਕੱਲਾ BJP ਨੂੰ ਨਹੀਂ ਕਹਿੰਦਾ, ਚਾਹੇ ਉਹ ਕਾਂਗਰਸ ਹੈ, ਚਾਹੇ BJP ਹੈ, ਕਿੰਨੇ ਕਿਸਾਨ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਦੇ ਵਿੱਚ ਕਿਸਾਨ ਜਿਹੜਾ ਹਰ ਸਾਲ ਸੁਸਾਈਡ ਕਰਦਾ। ਤੇ ਇੱਥੇ ਦੇਖ ਲਓ ਕਿਹਾ ਜਾਂਦਾ, ਮੈਨੂੰ BJP ਵਾਲਿਆਂ ਦੇ ਬਿਆਨ ਕਿਸੇ ਵੇਲੇ ਬੜੇ ਸ਼ਰਮਨਾਕ ਲੱਗਦੇ ਨੇ ਕਿ ਕਿਸਾਨ ਵਪਾਰੀ ਹੈ, ਉਹ ਅੰਨ ਵੇਚਦਾ ਹੈ ਆਪਣਾ। ਤੇ ਫਿਰ ਤੇ ਇਹ ਵੀ ਕਹਿ ਲਿਆ ਜਾਵੇ ਕਿ ਜਿਹੜੇ ਬਾਰਡਰ ਤੇ ਸਾਡੇ ਫੌਜੀ ਰਾਖੀ ਕਰਦੇ ਨੇ, ਅਸੀਂ ਕਹਿ ਦਈਏ ਸਾਡੇ ਰਖਵਾਲੇ ਨਹੀਂ ਹੈਗੇ, ਉਹ ਤਾਂ ਤਨਖਾਹ ਲੈਂਦੇ ਨੇ। ਫਿਰ ਇਹੋ ਜਿਹਾ ਤਰੀਕਾ ਨਹੀਂ। ਰੋਟੀ ਤੁਹਾਡੇ ਮੂੰਹ 'ਚ ਪੈਂਦੀ ਹੈ, ਤੁਹਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਪੈਂਦੀ ਹੈ। ਔਰ ਜਿੰਨਾ ਤਸ਼ੱਦਦ 26 ਜਨਵਰੀ ਨੂੰ ਕੀਤਾ ਗਿਆ, ਦੇਖੋ ਝੰਡਾ ਚਲਾਉਣਾ ਲਾਲ ਕਿਲੇ ਦੇ ਉੱਤੇ, ਮੈਂ ਉਹਨੂੰ ਕੋਈ ਚੰਗਾ ਨਹੀਂ ਸਮਝਦਾ, ਕਿਉਂਕਿ ਝੰਡਾ ਜਿਹੜਾ ਲਹਿਰਾਇਆ ਜਾਂਦਾ, ਝੰਡਾ ਲਹਿਰਾਣਾ ਤੇ ਲਾਉਣ ਦੇ ਵਿੱਚ ਬੜਾ ਫਰਕ ਹੈ। ਮੈਂ ਕੱਲ ਵੀ ਬੋਲ ਕੇ ਹਟਿਆ, ਲਹਿਰਾਇਆ ਤੇ ਉਹ ਜਾਂਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿੱਤ ਲਓ ਤੇ ਉੱਥੇ ਪੱਕਾ ਝੰਡਾ ਜਿਹੜਾ ਉਹਦੇ ਵਿੱਚ ਕੋਈ ਸ਼ਰਾਰਤੀ ਅਨਸਰ ਸੀਗੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਸਰਕਾਰ ਕੋਲੋਂ ਕਿਤੇ ਨਾ ਕਿਤੇ ਜਿਹੜਾ ਪੀਸਫੁਲੀ ਅੰਦੋਲਨ ਹੈ ਕਿ ਲੋਕਾਂ ਦੀ ਹਮਦਰਦੀ ਇੰਨੀ ਜ਼ਿਆਦਾ ਹੈ ਕਿ ਜੇ ਮਾਤਾ ਜੀ ਚੁੱਲ੍ਹੇ ਤੇ ਬੈਠੇ ਨੇ ਤੇ ਕਿਸਾਨਾਂ ਦੀ ਗੱਲ ਕਰਦੇ ਨੇ।
ਤੁਸੀਂ ਆਪਣੇ ਮਤਲਬ ਦਫ਼ਤਰ 'ਚ ਬੈਠੇ ਹੋ ਤੇ ਕਿਸਾਨਾਂ ਦੀ ਗੱਲ ਕਰਦੇ ਹੋ, ਲੋਕ ਆਪਣੀਆਂ ਦੁਕਾਨਾਂ ਤੇ ਬੈਠੇ ਨੇ ਤੇ ਕਿਸਾਨਾਂ ਦੀ ਚਰਚਾ ਹੁੰਦੀ ਹੈ, ਰੇਹੜੀ ਵਾਲਾ ਤੱਕ ਕਿਸਾਨਾਂ ਦੀ ਚਰਚਾ ਕਰਦਾ। ਇਹ ਜਿਹੜੀ ਹਮਦਰਦੀ ਵਰਲਡ ਲੈਵਲ ਦੇ ਉੱਤੇ ਜਿਹੜੀ ਕਿਸਾਨਾਂ ਨੂੰ ਮਿਲੀ ਸੀਗੀ, ਉਹ ਸਰਕਾਰ ਕੋਲ ਕਿਤੇ ਮੋਦੀ ਸਾਹਿਬ ਕੋਲ ਕਿਤੇ ਹਜਮ ਹੀ ਨਹੀਂ ਹੋਣ ਡਈ, ਕਿਉਂਕਿ ਮੀਡੀਆ ਜਿਹੜਾ ਤੁਸੀਂ ਪੰਜਾਬ ਵਾਲਾ ਤੇ ਦਿਖਾਉਂਦੇ ਹੋ ਕੁਝ ਨਾ ਕੁਝ, ਜਿਹੜਾ ਸੈਂਟਰ ਦਾ ਨੈਸ਼ਨਲ ਲੈਵਲ ਦਾ ਮੀਡੀਆ ਉਹ ਕੁਝ ਨਹੀਂ ਦਿਖਾਉਂਦਾ, ਕਿਉਂਕਿ ਉਹਨੂੰ ਗੋਦੀ ਮੀਡੀਆ ਕਿਹਾ ਜਾਂਦਾ। ਔਰ ਮੀਡੀਆ ਚੌਥਾ ਸਤੰਭ ਗਿਣਿਆ ਜਾਂਦਾ। ਜਦੋਂ ਚੌਥਾ ਸਤੰਭ ਵੀ ਮੋਦੀ ਕੋਲ ਵਿਕਿਆ ਤੇ ਸਾਡੀ ਆਵਾਜ਼ ਕਿਹਨੇ ਚੁੱਕਣੀ ਸੀ? ਸੋ ਆਵਾਜ਼ ਇਹ ਆਪੋ ਆਪਣੀ ਥਾਂ ਦੇ ਉੱਤੇ ਰਹਿ ਕੇ ਚੁੱਕੀ ਜਾ ਰਹੀ ਹੈ। ਔਰ ਅੱਜ ਮੈਨੂੰ ਪਤਾ ਲੱਗਾ, ਮੈਨੂੰ ਪਤਾ ਹੀ ਨਹੀਂ ਸੀ, ਮੈਂ ਤੇ ਧੰਨਵਾਦੀ ਹਾਂ ਇਹਨਾਂ ਦਾ, ਔਰ ਮੇਰਾ ਦਿਲੋਂ ਸਲੂਟ ਕਰਨ ਨੂੰ ਦਿਲ ਕਰਦਾ ਇਹਨਾਂ ਨੂੰ ਕਿ ਇਹਨਾਂ ਲੋਕਾਂ ਨੇ ਸਿੰਘੂ ਬਾਰਡਰ ਦੇ ਵਿੱਚ ਮੈਡੀਕਲ ਕੈਂਪ ਤੱਕ ਲਾਇਆ ਹੋਇਆ ਔਰ ਵਾਰੀ-ਵਾਰੀ ਉੱਥੇ ਜਾ ਕੇ ਡਿਊਟੀਆਂ ਦੇ ਰਹੇ ਨੇ, ਉੱਥੇ ਕੰਬਲ ਪ੍ਰੋਵਾਈਡ ਕਰ ਰਹੇ ਨੇ। ਔਰ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਨਾਲ ਚਾਲਾਂ ਚੱਲਣ ਦੀ ਬਜਾਏ ਆਪਣੇ ਬੰਦੇ ਵਿੱਚ ਵਾੜ ਕੇ ਕਰਨ। ਮੋਦੀ ਸਰਕਾਰ ਨੂੰ ਇੱਕ ਮਤਲਬ ਡਰ ਲੱਗ ਰਿਹਾ ਕਿ ਜੇ ਮੈਂ ਇਹ ਕਾਨੂੰਨ ਵਾਪਸ ਲੈ ਲਏ ਤੇ ਕੱਲ ਨੂੰ ਜੰਮੂ ਕਸ਼ਮੀਰ ਵਾਲੇ ਵੀ ਤੁਰ ਪੈਣਗੇ। ਇਹਨਾਂ ਚੀਜ਼ਾਂ ਤੋਂ ਹਉਮੈ ਹੰਕਾਰ ਛੱਡ ਕੇ ਲੋਕ ਹਿੱਤ ਜਿਹੜੇ ਫੈਸਲੇ ਨੇ ਉਹ ਲੈਣੇ ਚਾਹੀਦੇ ਨੇ। ਔਰ ਜੋ ਵੀ ਇਹ ਕਿਸਾਨਾਂ ਦੀ ਮੰਗ ਹੈ ਉਹਨੂੰ ਛੇਤੀ ਤੋਂ ਛੇਤੀ ਮੰਗ ਕੇ ਉਹਨਾਂ ਨੂੰ ਘਰਾਂ ਨੂੰ ਤੋਰਨਾ ਚਾਹੀਦਾ। ਕੱਲਾ ਕਿਸਾਨੀ ਦਾ ਨੁਕਸਾਨ ਨਹੀਂ ਹੋ ਰਿਹਾ, ਤੁਸੀਂ ਦੇਖੋ ਦੂਜੀ ਆਵਾਜ਼ ਚੁੱਕ ਹੀ ਨਹੀਂ ਨਾ ਕੋਈ ਰਿਹਾ ਕਿ ਸਾਰੇ ਸੂਬੇ ਦਾ ਵਪਾਰ ਬੰਦ ਹੈ, ਕੋਈ ਹੋਟਲ ਨਹੀਂ ਚੱਲ ਰਿਹਾ, ਟ੍ਰੇਨਸ ਨਹੀਂ ਚੱਲ ਰਹੀਆਂ, ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਸੂਬੇ ਨੂੰ ਨੁਕਸਾਨ ਹੋ ਰਿਹਾ। ਔਰ ਆਉਣ ਵਾਲੇ 10-20 ਸਾਲਾਂ ਤੱਕ ਇਹਦੀ ਭਰਪਾਈ ਨਹੀਂ ਹੋਣੀ। ਔਰ ਕੇਂਦਰ ਚਾਹੁੰਦਾ ਕਿ ਪੰਜਾਬ ਦੇ ਲੋਕ ਜਿਹੜੇ ਉਹ ਦੱਬ ਜਾਣ, ਇਹ ਭੁੱਖੇ ਨੰਗੇ ਹੋ ਜਾਣ, ਇਹਨਾਂ ਕੋਲ ਕੋਈ ਕਾਰੋਬਾਰ ਦੇ ਸਾਧਨ ਨਾ ਰਹਿਣ ਔਰ ਇਸੇ ਤਰੀਕੇ ਇਹ ਵਿਲਕਦੇ ਰਹਿਣ। ਉਹਦੇ ਲਈ ਅੱਜ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਰਾਜਨੀਤੀ ਦਾ ਹਿੱਸਾ ਬਣੋ। ਇਸ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੈਗਾ। ਚੰਗੇ ਲੋਕ ਰਾਜਨੀਤੀ 'ਚ ਆ ਕੇ ਖੁਸ਼ ਨਹੀਂ ਹੈਗੇ। ਕੋਈ ਡਾਕਟਰ ਹੈ, ਕੋਈ IPS ਅਫਸਰ ਹੈ, ਕੋਈ ਮਤਲਬ IAS ਅਫਸਰ ਹੈ, ਉਹ ਕੋਈ ਵੀ ਆਪਣੇ ਬੱਚੇ ਨੂੰ ਨੇਤਾ ਨਹੀਂ ਬਣਾਉਣਾ ਚਾਹੁੰਦਾ, ਕਿਉਂਕਿ ਨੇਤਾ ਜੋ ਤੁਰਿਆ ਜਾਂਦਾ ਜਿੱਡਾ ਮਰਜ਼ੀ ਇਮਾਨਦਾਰ ਹੋਵੇ ਉਹਨੂੰ ਕਹਿਣਗੇ ਚੋਰ ਜਾਂਦਾ। ਇਹਦੇ ਉੱਤੇ ਜਿਹੜਾ ਲੇਬਲ ਲੱਗ ਚੁੱਕਾ ਚੋਰਾਂ ਦਾ, ਉਹਦੇ ਵਿੱਚ ਜਿੰਨਾ ਚਿਰ ਚੰਗੇ ਪਰਿਵਾਰਾਂ ਦੇ ਵਿੱਚੋਂ ਬੱਚੇ ਰਾਜਨੀਤੀ ਦਾ ਹਿੱਸਾ ਨਹੀਂ ਬਣਨਗੇ, ਚੰਗੇ ਲੋਕਾਂ ਦੇ ਹੱਥ 'ਚ ਕਮਾਂਡ ਨਹੀਂ ਆਊਗੀ, ਚੰਗੇ ਲੋਕਾਂ ਦੇ ਹੱਥ 'ਚ ਸੂਬੇ ਦੀ ਕਮਾਂਡ ਨਹੀਂ ਆਊਗੀ, ਤਾਂ ਤੁਸੀਂ ਕਿਸ ਭਵਿੱਖ ਦੀ ਆਸ ਕਰਦੇ ਹੋ? ਇਸ ਤਰੀਕੇ ਕਾਨੂੰਨ ਬਣਦੇ ਰਹਿਣਗੇ ਔਰ ਇਸੇ ਤਰੀਕੇ ਤੁਸੀਂ ਸੜਕਾਂ ਤੇ ਰੁਲਦੇ ਰਹੋਗੇ, ਅਸੀਂ ਧਰਨੇ ਦਿੰਦੇ ਰਵਾਂਗੇ। ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਰਾਜਨੀਤੀ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਅੱਛਾ ਮਨਦੀਪ ਜੀ, ਤੁਹਾਨੂੰ ਲੱਗਦਾ ਕਿ 26 ਜਨਵਰੀ ਨੂੰ ਜਿਹੜਾ ਵੀ ਐਪੀਸੋਡ ਹੋਇਆ ਉਹਨੂੰ ਅਲੱਗ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ। ਮੈਨੂੰ ਜੇ ਕਹਿ ਲਓ ਮੈਂ ਪੰਜਾਬੀ ਹਾਂ, ਪਰ ਜਦੋਂ ਮੇਰੇ ਦੇਸ਼ ਦੀ ਆਨ ਬਾਨ ਦੇ ਉੱਤੇ ਕੋਈ ਗੱਲ ਆਵੇ ਤਾਂ ਮੈਂ ਭਾਰਤੀ ਹਾਂ ਤੇ ਬਸ ਭਾਰਤੀ ਹਾਂ। ਜਿਹੜਾ ਉੱਥੇ ਝੰਡਾ ਚਲਾਇਆ ਗਿਆ, ਮਤਲਬ 26 ਤਰੀਕ ਨੂੰ ਕਿਸਾਨਾਂ ਦਾ ਐਡਾ ਵਧੀਆ ਰੂਟ ਪਲਾਨ ਤਿਆਰ ਕੀਤਾ ਗਿਆ ਸੀ। ਤੁਸੀਂ ਬਾਗੀ ਕੋਏ, ਮੈਂ ਡੇ 1 ਤੋਂ ਕਹਿ ਰਿਹਾ ਕਿ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਕਿਸਾਨਾਂ ਬਾਰੇ, ਮੈਂ ਉੱਥੇ ਜਾ ਕੇ ਬੋਲ ਸਕਦਾ, ਪਰ ਮੈਂ ਨੌਜਵਾਨਾਂ ਨੂੰ ਕਹਿੰਦਾ ਕਿ ਇਸ ਮੁੱਦੇ ਦੇ ਉੱਤੇ ਮੈਨੂੰ ਫੋਲੋ ਨਾ ਕੀਤਾ ਜਾਵੇ, ਕਿਉਂਕਿ ਮੈਨੂੰ ਨੌਲੇਜ ਹੀ ਕੋਈ ਨਹੀਂ। ਮੈਂ ਬਾਰ-ਬਾਰ ਇਹ ਕਿਹਾ ਸੀਗਾ ਕਿ ਸਿਰਫ ਕਿਸਾਨ ਆਗੂ ਨੇ ਜਿਹੜੇ ਜਿਨ੍ਹਾਂ ਦਾ ਜੀਵਨ ਇਸ ਸੰਘਰਸ਼ ਦੇ ਵਿੱਚ ਲੰਘਿਆ, ਜਿਨ੍ਹਾਂ ਨੇ ਮਤਲਬ ਇੰਨਾ ਸੰਤਾਪ ਹੰਢਾਇਆ, ਉਹਨਾਂ ਨੂੰ ਸਾਰੀਆਂ ਮੰਗਾਂ ਪਤਾ ਨੇ, ਕੇਵਲ ਤੇ ਕੇਵਲ ਉਹਨਾਂ ਨੂੰ ਫੋਲੋ ਕੀਤਾ ਜਾਵੇ। ਬੋਲਣ ਵਾਲੇ ਬਹੁਤ ਸਾਰੇ ਲੋਕ ਨੇ, ਮੈਂ ਵੀ ਬੋਲ ਲੈਣਾ, ਮੈਨੂੰ ਵੀ ਲੋਕ ਸੁਣਦੇ ਹੋਣਗੇ, ਹੋਰ ਵੀ। ਜਿੰਨਾ ਚਿਰ ਮੈਨੂੰ ਜਿਸ ਚੀਜ਼ ਦੀ ਨੌਲੇਜ ਨਹੀਂ ਹੈਗੀ ਉਹਦੇ ਉੱਤੇ ਮੈਂ ਕਿਸੇ ਨੂੰ ਕੋਈ ਇੰਸਟਰਕਸ਼ਨ ਨਹੀਂ ਦੇ ਸਕਦਾ, ਉਹਦੇ ਉੱਤੇ ਮੈਂ ਆਪਣਾ ਕੋਈ ਪ੍ਰੋਗਰਾਮ ਨਹੀਂ ਦੇ ਸਕਦਾ। ਮੈਂ ਫਿਰ ਅਪੀਲ ਕਰਦਾ ਕਿ ਕੇਵਲ ਤੇ ਕੇਵਲ ਜਿਹੜਾ ਉਹ ਕਿਸਾਨ ਆਗੂਆਂ ਨੂੰ ਫੋਲੋ ਕੀਤਾ ਜਾਵੇ। ਬੜੇ ਵਧੀਆ ਮਤਲਬ ਰਾਜੇਵਾਲ ਸਾਹਿਬ ਨੇ, ਦਰਸ਼ਨਪਾਲ ਹੋਣੀ ਨੇ, ਉਗਰਾਹਾਂ ਸਾਹਿਬ ਨੇ, ਬਹੁਤ ਸਿਆਣੇ ਤੇ ਸੂਝ-ਬੂਝ ਵਾਲੇ, ਸਾਡੇ ਨਾਲੋਂ ਵੱਧ ਪੜ੍ਹੇ ਲਿਖੇ ਕਿਸਾਨ ਜਿਹੜੇ ਉਸ ਮੋਰਚੇ ਤੇ ਬੈਠੇ ਨੇ, ਕੇਵਲ ਉਹਨਾਂ ਨੂੰ ਫੋਲੋ ਕੀਤਾ ਜਾਵੇ। ਨਹੀਂ ਮਨਦੀਪ ਜੀ, ਮੇਰਾ ਸਵਾਲ ਹੈ ਕਿ ਕੀ ਅਲੱਗ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਐਪੀਸੋਡ ਨੂੰ? ਕਿ ਇੱਕ ਪੱਤਰਕਾਰ ਤੇ ਵੀ ਚੁੱਕ ਲਿਆ ਗਿਆ, ਕੁਝ ਲੋਕਾਂ ਤੇ ਨਾਲ ਮਾਰਕੁੱਟ ਵੀ ਹੋਈ ਹੈ, ਜਿਵੇਂ ਤੁਸੀਂ ਕਿਹਾ ਵੀ ਸਹੀ ਇੱਕ ਪਾਸਾ ਦਿਖਾਇਆ ਜਾ ਰਿਹਾ, ਦੂਜਾ ਪਾਸਾ ਜਿਹੜਾ ਨਹੀਂ ਵਿਖਾਇਆ ਜਾ ਰਿਹਾ। ਭੰਡਾਰੀ ਸਾਹਿਬ, ਤੁਸੀਂ ਵੀ ਇਸ ਫੀਲਡ 'ਚ ਬੜੀ ਦੇਰ ਤੋਂ, ਜਦੋਂ ਵੀ ਕੋਈ ਮੂਵਮੈਂਟ ਚੱਲਦੀ ਹੈ, ਤੁਸੀਂ ਦੇਖੋ ਸਰਕਾਰ ਨੂੰ ਉਹਦੀਆਂ IB ਦੀਆਂ ਰਿਪੋਰਟਾਂ, ਇੰਟੈਲੀਜੈਂਸ ਦੀਆਂ ਰਿਪੋਰਟਾਂ ਪਹਿਲਾਂ ਹੀ ਪਤਾ ਹੁੰਦੀਆਂ ਨੇ ਕਿ ਇਹ ਮੂਵਮੈਂਟ ਨੇ ਕਿੰਨਾ ਕੁ ਰੰਗ ਫੜਨਾ। ਇਹਦਾ ਸਰਕਾਰ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਵੱਡੇ ਪੱਧਰ ਦੇ ਉੱਤੇ ਇਹਦਾ ਜਿਹੜਾ ਦੇਖਣ ਨੂੰ ਮਿਲੂਗਾ। ਜਦੋਂ ਵੀ ਕੋਈ ਲਹਿਰ ਚੱਲਣੀ ਹੁੰਦੀ ਹੈ, ਸਰਕਾਰ ਹਮੇਸ਼ਾ ਆਪਣੇ ਬੰਦੇ ਉਹਦੇ 'ਚ ਫਿੱਟ ਕਰਦੀ ਹੈ। ਉਹਨਾਂ ਦੀ ਜਾ ਕੇ ਗੱਲਾਂ ਕਰਨਗੇ, ਉਹਨਾਂ ਦੇ ਹੱਕ 'ਚ ਗੱਲਾਂ ਕਰਨਗੇ ਤੇ ਅਖੀਰ ਦੇ ਵਿੱਚ ਉਹ ਸਰਕਾਰ ਦੇ ਬੰਦੇ ਨਿਕਲਦੇ ਨੇ। ਸਰਕਾਰ ਨੇ ਪਹਿਲੇ ਦਿਨ ਤੋਂ ਹੀ ਬੰਦੇ ਫਿੱਟ ਕੀਤੇ ਹੋਏ ਨੇ ਇਹਦੇ ਵਿੱਚ। ਇਹ ਮੰਨ ਕੇ ਚੱਲਣਾ ਪਊਗਾ। ਇਹਦੀ ਪਛਾਣ ਅਸੀਂ ਨਹੀਂ ਕਰ ਸਕਦੇ, ਇਹਦੀ ਪਛਾਣ ਮੀਡੀਆ ਨਹੀਂ ਕਰ ਸਕਦਾ, ਇਹਦੀ ਪਛਾਣ ਕਿਸਾਨ ਆਗੂ ਕਰ ਸਕਦੇ ਨੇ। ਔਰ ਜਿਹੜੇ ਲੋਕ ਅੱਗੇ ਫੋਲੋ ਕਰ ਰਹੇ ਨੇ ਉਹ ਕਰ ਸਕਦੇ ਨੇ ਕਿ ਕਿਹੜਾ ਬੰਦਾ ਸਾਨੂੰ ਸਹੀ ਸੇਧ ਦੇ ਰਿਹਾ। ਦੇਖੋ ਉਸ ਦਿਨ ਜਿਹੜੇ ਬੰਦੇ ਲਾਲ ਕਿਲੇ ਵੱਲ ਗਏ ਨੇ, 20-20 ਸਾਲ ਦੇ ਟੀਨੇਜ ਬੱਚੇ, ਮਤਲਬ 13 ਤੋਂ ਮਤਲਬ 20 ਸਾਲ ਤੱਕ, ਉਹ ਉਹਨਾਂ ਨੂੰ ਫੋਲੋ ਕਰਦੇ ਨੇ। ਅੱਗੋਂ ਗੋਲੀ ਵੀ ਚੱਲ ਸਕਦੀ ਸੀ। ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਨਾਲ ਆਪਾਂ ਗੋਲੀ ਨਾਲ ਲੜ ਸਕਦੇ ਹਾਂ? ਸਰਕਾਰ ਕੋਲ ਕਈ ਫੋਰਸਸ ਨੇ, BSF ਹੈ, ਫੌਜ ਹੈ, ISF ਹੈ, ਸਾਰਾ ਕੁਝ ਹੈਗਾ। ਅਸੀਂ ਗੋਲੀ ਨਾਲ ਨਹੀਂ ਲੜ ਸਕਦੇ। ਸਰਕਾਰ ਕੋਲ ਅਸੀਂ ਹਮਦਰਦੀ ਨਾਲ ਲੜ ਸਕਦੇ। ਇਸ ਤੋਂ ਵੱਡੀ ਚਪੇੜ ਸਰਕਾਰ ਦੇ ਮੂੰਹ ਤੇ ਕੋਈ ਨਹੀਂ ਹੈਗੀ ਕਿ ਘਰ ਘਰ ਕਿਸਾਨਾਂ ਦੀ ਚਰਚਾ ਹੋਣ ਡਈ ਹੈ। ਸੋ ਬੜਾ ਇਹ ਮੈਂ ਕਹਿੰਦਾ ਕਿ ਪਹਿਲੇ ਦਿਨ ਜਿਹੜੇ ਬੈਰੀਗੇਡ ਤੋੜੇ ਗਏ ਸੀ ਕਿਸਾਨਾਂ ਦਾ, ਤੁਸੀਂ ਚੇਤਾ ਇੱਕ ਪ੍ਰੋਗਰਾਮ ਸੀਗਾ ਕਿ ਜਿੱਥੇ ਸਾਨੂੰ ਰੋਕਿਆ ਗਿਆ ਸੀ ਉੱਥੇ ਬਹਿ ਜਾਾਂਗੇ। ਕੁਝ ਲੋਕਾਂ ਨੇ ਬੈਰੀਗੇਡ ਤੋੜੇ। ਮੈਂ ਨਹੀਂ ਕਹਿੰਦਾ, ਨੌਜਵਾਨਾਂ 'ਚ ਬੜਾ ਜੋਸ਼ ਸੀਗਾ
ਸੀਗਾ, ਜਨੂਨ ਸੀਗਾ। ਬੈਰੀਗੇਡ ਤੋੜਨ ਨਾਲ ਤੁਹਾਡੀ ਜਿੱਤ ਨਹੀਂ ਹੈ, ਇਹ ਗੱਲ ਮੰਨ ਕੇ ਚੱਲੋ। ਤੁਹਾਡੀ ਜਿੱਤ ਲੋਕਾਂ ਦੀ ਹਮਦਰਦੀ ਨਾਲ ਹੈ ਕਿ ਲੋਕ ਤੁਹਾਨੂੰ ਪਿਆਰ ਕਰਨ ਲੱਗ ਪਏ। ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਕਿਸਾਨ ਦਾ ਦਿੱਤਾ ਖਾਂਦੇ ਆ। ਇਹ ਲਹਿਰ ਜੇ ਜਿੱਤੀ ਜਾਣੀ ਹੈ, ਇਹ ਲੜਾਈ ਜੇ ਜਿੱਤੀ ਜਾਣੀ ਹੈ ਤੇ ਸਿਰਫ ਤੁਹਾਡੇ ਮਤਲਬ ਜਿਹੜਾ ਪੀਸਫੁਲੀ ਤੁਸੀਂ ਅੰਦੋਲਨ ਚਲਾ ਰਹੇ ਹੋ ਉਹਦੇ ਨਾਲ ਜਿੱਤੀ ਜਾਣੀ ਹੈ। ਘਰ ਘਰ ਬੱਚੇ ਤੱਕ। ਮੇਰੇ ਘਰ 'ਚ ਝੰਡਾ ਨਹੀਂ ਸੀ ਲੱਗਾ। ਮੇਰੀ ਮਤਲਬ ਬੇਟੀ 13 ਸਾਲ ਦੀ, ਉਹਨੇ ਕੱਲ ਕਹਿ ਕੇ ਮੇਰੇ ਕੋਲ ਝੰਡਾ ਮੰਗਵਾਇਆ ਕਿ ਮੈਂ ਪਾਪਾ ਮੰਮਾ ਵਾਲੀ ਕਾਰ ਦੇ ਅੱਗੇ ਝੰਡਾ ਲਾਉਣਾ। ਇਹ ਹਮਦਰਦੀ ਹੈ। ਮੈਂ ਉਹਨੂੰ ਕਹਿੰਦਾ ਨਹੀਂ ਮੈਂ ਵੈਸੇ ਗੱਲ ਮੈਂ ਕਰਨ ਦੀ ਕੋਸ਼ਿਸ਼ ਕਰਦਾ, ਬੇਟਾ ਤੈਨੂੰ ਪਤਾ ਹੈ ਕਿਸਾਨ ਕੀ ਕਰ ਰਹੇ ਨੇ ਜਾਂ ਸਰਕਾਰ ਕੀ ਕਰ ਰਹੀ? ਉਹ ਕਹਿੰਦੀ ਮੈਨੂੰ ਨਹੀਂ ਪਤਾ। ਜਿਸ ਤਰੀਕੇ ਉੱਥੇ ਬੈਠੇ ਨੇ ਨਾ, ਮੇਰਾ ਦਿਲ ਕਰਦਾ ਕਿ ਮੈਂ ਵੀ 13 ਸਾਲ ਦੀ ਬੱਚੀ ਮੈਨੂੰ ਕਹਿ ਰਹੀ ਹੈ ਕਿ ਮੈਂ ਉੱਥੇ ਜਾ ਕੇ ਬਹਿ ਜਾਵਾਂ। ਇਹ ਜਿੱਤ ਹੈ ਸਾਡੀ, ਨਾ ਕਿ ਬੈਰੀਗੇਡ ਤੋੜਨਾ। ਮਨਦੀਪ ਜੀ, ਨਵਜੋਤ ਸਿੰਘ ਸਿੱਧੂ ਇੱਥੇ ਟਰੈਕਟਰ ਮਾਰਚ ਕੱਢਦੇ ਨੇ, ਟਰੈਕਟਰ ਰੈਲੀ ਕੱਢੀ ਜਾਂਦੀ ਹੈ, ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ ਉੱਥੇ। ਉਹ ਟਵਿੱਟਰ ਤੇ ਬੜੇ ਐਕਟਿਵ ਨੇ ਤੇ ਅਦਰਵਾਈਜ਼ ਉਹ ਕਿਸਾਨਾਂ ਦੇ ਹੱਕ 'ਚ ਉਹਦਾ ਬੋਲ ਰਹੇ, ਆਪਣੇ ਚੈਨਲ ਤੇ ਤਾਂ ਬੋਲ ਰਹੇ ਨੇ ਵੀ ਕਿਸ ਤਰ੍ਹਾਂ ਹੋ ਰਿਹਾ ਤੇ ਅਦਰਵਾਈਜ਼ ਸਾਹਮਣੇ ਨਹੀਂ ਆ ਰਹੇ। ਉਹ ਮੇਰੇ ਮੂੰਹੋਂ ਕੋਈ ਗੰਦੇ ਲਫ਼ਜ਼ ਉਸ ਬੰਦੇ ਲਈ ਨਿਕਲਣਗੇ, ਮੈਂ ਕਹਿਣਾ ਨਹੀਂ ਚਾਹੁੰਦਾ। ਦੇਖੋ ਇਹ ਕਿਸਾਨ, ਇਹਨਾਂ ਮੈਨੂੰ ਸੱਦਿਆ, ਇਹਨਾਂ ਦਾ ਮੈਨੂੰ ਨਹੀਂ ਪਤਾ, ਇਹਨਾਂ 'ਚੋਂ ਕਈ ਲੋਕ ਉਹਨੂੰ ਫੋਲੋ ਵੀ ਕਰਦੇ ਹੋਣਗੇ। ਜੇ ਮੈਨੂੰ 50,000 ਬੰਦਾ ਸੁਣਦਾ ਤੇ ਸਿੱਧੂ ਨੂੰ ਮੇਰੇ ਖਿਆਲ 5 ਲੱਖ ਬੰਦਾ ਸੁਣਦਾ ਹੋਊਗਾ। ਉਹਨੂੰ ਮੈਨੂੰ ਅੱਜ ਦੀ ਤਰੀਕ ਹੈ 2004 ਦੇ ਸਾਰ ਨਵਜੋਤ ਸਿੰਘ ਸਿੱਧੂ ਮਤਲਬ ਸਿਆਸਤ ਦੇ ਵਿੱਚ ਨੇ। 2004 ਤੋਂ ਲੈ ਕੇ ਅੱਜ 2020 ਹੈ। ਮੈਨੂੰ ਇੱਕ ਸਿੰਗਲ ਸੰਘਰਸ਼ ਦੱਸ ਦਿਓ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਸੜਕ ਤੇ ਬਹਿ ਕੇ ਕੀਤਾ ਹੋਵੇ ਤੇ ਮੈਂ ਉਹਦੀ ਜੁੱਤੀ 'ਚ ਪਾਣੀ ਪੀਊਂਗਾ। ਇੱਕ ਸਿੰਗਲ ਕਾਰਨ ਕੀ? ਉਹ ਸੈਲੀਬ੍ਰਿਟੀ ਹੈ। ਉਹ ਇੱਥੇ ਆ ਜਾਊਗਾ ਨਾ, ਅੱਜ ਲੋਕਾਂ ਨੂੰ ਹੋਊਗਾ ਕਿ ਸਾਡੇ ਨਾਲ ਖਲੋ ਨਹੀਂ ਰਿਹਾ, ਪਰ ਉਹਦਾ ਚਿਹਰਾ ਐਡਾ ਵੱਡਾ, ਅੱਧੀ ਦੁਨੀਆ ਉਹਦੇ ਨਾਲ ਜਾ ਕੇ ਸੈਲਫੀ ਕਰਾਉਣ ਲੱਗ ਪਊਗੀ। ਇਸ ਚੀਜ਼ ਦੀ ਖੱਟੀ ਖਾਂਦਾ ਉਹ। ਮੈਨੂੰ ਪੰਜਾਬ ਨੂੰ ਇੱਕ ਦੇਣ ਦੱਸ ਦਿਓ। ਇਹ ਨਵਜੋਤ ਸਿੰਘ ਸਿੱਧੂ ਸੀਗਾ ਜਿਹੜਾ ਕਹਿੰਦਾ ਸੀ ਮੈਂ ਭਗਵੰਤ ਸਿੰਘ ਦਾ ਮੁੰਡਾ ਹੀ ਨਹੀਂ ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਨਸਾਫ ਨਾ ਦਵਾ ਸਕਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਿਹੜਾ ਪੋਲੀਟੀਸ਼ੀਅਨ ਬੋਲਦਾ ਮੇਰੇ ਬਗੈਰ? ਤੇ ਫਿਰ ਮੈਨੂੰ ਸ਼ੱਕ ਹੁੰਦਾ ਵੀ ਇਹ ਭਗਵੰਤ ਸਿੰਘ ਦਾ ਮੁੰਡਾ ਹੈਗਾ ਵੀ ਆ ਕਿ ਨਹੀਂ ਹੈਗਾ। ਇਹੋ ਜਿਹੀਆਂ ਝੂਠੀਆਂ ਸਹੁੰਆਂ ਖਾਣੀਆਂ, ਗੁਰੂ ਦੀਆਂ ਸਹੁੰਆਂ ਖਾਣੀਆਂ। ਮੈਨੂੰ ਵੀ ਕਿਹਾ ਸੀਗਾ ਕਿ ਨਿਕਲ, ਤੇਰੇ ਪੁਰਾਣੇ ਕੀਤੇ ਗੁਨਾਹ ਜਿਹੜਾ ਲੋਕਾਂ ਦੇ ਮਨ 'ਚ ਪੜਦਾ ਸੀਗਾ ਕਰਪਸ਼ਨ ਦਾ, ਉਹ ਮੈਂ ਲਾਇਆ ਕਿ ਬੜਾ ਵੱਡਾ ਕਰਪਟ ਬੰਦਾ। ਮੇਰੇ ਕੋਲ 20 ਤੇਰੀਆਂ ਫਾਈਲਾਂ ਨੇ, ਜਵਾਬ ਦੇ ਮੈਨੂੰ। ਮੈਂ ਇੱਥੇ ਸਾਬਤ ਕਰ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਕੋਲ ਵੀ 1 ਕਰੋੜ ਰੁਪਈਆ ਲਿਆ। ਇਹਦੀ ਘਰ ਦੀ ਰਿਕਾਰਡਿੰਗ ਆ ਮੇਰੇ ਕੋਲ। ਪਰ ਮੈਂ ਫਿਰ ਕਹਿੰਦਾ ਤੇਰੇ ਪੁਰਾਣੇ ਕੀਤੇ ਗੁਨਾਹ ਮਾਫ। ਆ ਲੱਗ ਅੱਗੇ, ਆ ਲੜਾਈ ਲੜ, ਉੱਥੇ ਪਹੁੰਚ ਸਿੰਘੂ, ਜਾਂ ਤੂੰ ਮਤਲਬ ਇੱਥੇ ਬਹਿ, ਇੱਥੇ ਪ੍ਰੋਟੈਸਟ ਕਰ। ਮੈਂ ਤੇਰੀ ਗਵਾਹੀ 'ਚ ਥੱਲੇ ਦਰੀ ਵਿਛਾ ਕੇ ਪ੍ਰੋਟੈਸਟ ਕਰੂੰਗਾ। ਤੁਸੀਂ ਕਰਨਾ ਹੀ ਕੁਛ ਨਹੀਂ ਚਾਹੁੰਦੇ। ਤੁਹਾਡਾ ਸਿਰਫ ਇੱਕ ਚਿਹਰਾ ਹੈ। ਤੁਸੀਂ ਨਿਕਲਦੇ ਹੋ ਪਿੰਡਾਂ ਦੇ ਵਿੱਚ, ਆਪਣੀ ਟੀਮ ਸੈੱਟ ਕਰਦੇ ਹੋ ਤੇ ਉਹਨਾਂ 'ਚ ਜਾ ਕੇ ਫੋਟੋਆਂ ਖਿਚਾ ਕੇ ਆ ਜਾਂਦੇ ਹੋ। ਕੱਲਾ ਕਿਸਾਨੀ ਛੱਡ ਦਿਓ। ਪੰਜਾਬ 'ਚ ਹੋਰ ਮੁੱਦੇ ਘੱਟ ਨੇ, ਨਸ਼ਾ, ਬੇਰੁਜ਼ਗਾਰੀ। ਕੈਪਟਨ ਅਮਰਿੰਦਰ ਸਿੰਘ ਨੇ ਫੋਨ ਤੱਕ ਵੰਡਣੇ ਸੀਗੇ, ਕੀ ਦਿੱਤਾ ਗਿਆ? ਨਵਜੋਤ ਸਿੰਘ ਸਿੱਧੂ ਉਹਦੇ ਤੇ ਵੀ ਲੜਾਈ ਨਹੀਂ ਲੜਦੇ। ਅੱਜ ਨਵਜੋਤ ਸਿੰਘ ਸਿੱਧੂ ਜਿੱਡੀ ਬੇਇੱਜ਼ਤੀ ਕਰਕੇ ਉਹਨੂੰ ਲਾਇਆ ਗਿਆ ਸੀਗਾ, ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਿਉਂ ਨਹੀਂ ਬੋਲਦਾ? ਕੈਪਟਨ ਅਮਰਿੰਦਰ ਸਿੰਘ ਬੜੇ ਚੰਗੇ ਕੰਮ ਕਰ ਰਿਹਾ। ਕੋਈ ਕਾਰਨ ਕੀ ਹੈ? ਕਰਪਸ਼ਨ ਦਾ ਡਰ ਸਤਾਉਂਦਾ ਔਰ ਸਾਰੇ ਡਰਾਮਾ ਕਰ ਰਹੇ ਨੇ। ਨਵਜੋਤ ਸਿੱਧੂ ਦੇ ਨਾਲ ਮੈਂ ਕਹਿੰਦਾ ਜੰਤਰ ਮੰਤਰ ਦੇ ਉੱਤੇ ਕਾਂਗਰਸੀਆਂ ਨੇ ਧਰਨਾ ਲਾਇਆ। 5 ਬੰਦੇ ਗਿਣਤੀ ਦੇ ਬੈਠੇ ਨੇ, ਦੱਸੋ ਮੈਨੂੰ। ਰਾਹੁਲ ਗਾਂਧੀ ਉੱਥੋਂ ਹੋ ਕੇ ਆਇਆ, ਪ੍ਰਿੰਕਾ ਗਾਂਧੀ ਉੱਥੋਂ ਹੋ ਕੇ ਆਈ। ਆ ਮੇਰੇ ਫੋਨ 'ਚ ਇੱਕ ਵੀਡੀਓ ਹੈ, ਉੱਥੇ ਉਹ ਜਿਹੜਾ ਉਹਨਾਂ ਦਾ ਰਵਨੀਤ ਬਿੱਟੂ, ਉਹ ਪ੍ਰਿੰਕਾ ਗਾਂਧੀ ਦੇ ਪੈਰਾਂ ਤੇ ਮੱਖੀ ਬਹਿੰਦੀ ਤੇ ਉਹਨੂੰ ਉਡਾਉਣ ਡਿਆ। ਤੁਹਾਨੂੰ ਮੱਖੀਆਂ ਉਡਾਉਣ ਨੂੰ ਮਤਲਬ MP ਬਣਾਇਆ ਯਾਰ ਅਸੀਂ? ਉੱਥੇ ਬੈਠੇ ਹੋ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵਾਪਸ ਆ ਜਾਓ ਜਾਂ ਵੱਡੀ ਗਿਣਤੀ ਦੇ ਵਿੱਚ ਧਰਨਾ ਦਿਓ। ਕੀ ਗੱਲ ਕਾਂਗਰਸ ਹਿੰਦੁਸਤਾਨ 'ਚ ਖਤਮ ਹੋ ਚੁੱਕੀ ਆ? ਉੱਥੇ 5-10 ਹਜ਼ਾਰ ਬੰਦਾ ਧਰਨਾ ਵੀ ਨਹੀਂ ਦੇ ਸਕਦਾ। ਤੁਸੀਂ ਸਿਰਫ ਟਾਈਮ ਵੇਸਟ ਕਰ ਰਹੇ ਹੋ। ਛਿੱਤਰ ਤੁਸੀਂ ਅੱਡ ਖਾ ਲਏ ਨੇ ਤੇ ਨੰਬਰ ਤੁਹਾਡਾ ਇੱਕ ਨਹੀਂ ਬਣਿਆ ਉੱਥੇ। ਸੋ ਵਾਪਸ ਆਓ। ਇੱਥੇ ਪੰਜਾਬ 'ਚ ਬੜੇ ਮੁੱਦੇ ਨੇ। ਜੇ ਤੁਸੀਂ ਸਹੀ ਮਾਇਨੇ 'ਚ ਕਿਸਾਨਾਂ ਦੇ ਹਮਦਰਦ ਹੋ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਮੈਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰ ਦੂੰਗਾ, ਤੇ ਆਓ ਨਾ ਪਹਿਲਾਂ ਇਹਦੇ ਖਿਲਾਫ ਧਰਨਾ ਦਈਏ ਵੀ ਲੈ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਹੋ ਗਏ ਨੇ, ਕਿਸਾਨਾਂ ਦੀਆਂ ਬਾਕੀ ਸਹੂਲਤਾਂ ਮਿਲ ਗਈਆਂ ਨੇ। ਹਰ ਬੰਦਾ ਆਪਣੀ ਸਿਆਸਤ ਚਮਕਾ ਰਿਹਾ। ਮੈਂ ਸਿੰਘੂ ਕਿਉਂ ਨਹੀਂ ਗਿਆ? ਮੈਂ ਇੱਕ ਦਿਨ ਇੱਥੇ ਤੁਹਾਨੂੰ ਚੇਤਾ ਹੈ ਤੁਹਾਡੇ ਮੰਚ ਤੇ ਮੈਂ ਬੋਲਿਆ ਸੀਗਾ ਤੁਹਾਡੇ ਚੈਨਲ ਦੇ ਉੱਤੇ, ਜਿਸ ਦਿਨ ਪਹਿਲੇ ਵਨ ਤੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀਗਾ, ਬਿਆਸ ਧਰਨਾ ਲੱਗਾ ਸੀ ਸਭ ਤੋਂ ਪਹਿਲਾਂ। ਮੈਂ ਫੋਨ ਕੀਤਾ ਸੀ ਕਿਸੇ ਕਿਸਾਨ ਆਗੂ ਨੂੰ, ਮੈਂ ਨਾਂ ਨਹੀਂ ਲੈਣਾ, ਮੈਂ ਕਿਹਾ ਸਰ ਮੈਂ ਆਉਣਾ ਚਾਹੁੰਦਾ ਤੇ ਤੁਹਾਡੇ ਅੱਗੇ ਬਹਿਣਾ ਚਾਹੁੰਦਾ। ਨਾ 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 ਨਾ, ਸਾਨੂੰ ਸਿਆਸੀ ਬੰਦਿਆਂ ਦੀ ਲੋੜ ਨਹੀਂ। ਤੇ ਮੇਰੀ ਫਿਰ ਆਦਤ ਨਹੀਂ ਹੈਗੀ ਕਿ ਜਦੋਂ ਤੁਹਾਨੂੰ ਕੋਈ ਦੁਤਕਾਰੇ ਜਾਂ ਤੁਹਾਨੂੰ ਕੋਈ ਲੋੜ ਨਾ ਸਮਝੇ ਤੁਹਾਡੀ ਤੇ ਉੱਥੇ ਜਾਣਾ। ਮੈਂ ਇਹਨਾਂ ਮੈਨੂੰ ਸੱਦਿਆ ਪਿਆਰ ਨਾਲ, ਮੈਂ ਆ ਗਿਆ। ਮਤਲਬ ਮੈਂ ਬਿਨਾਂ ਸੱਦੇ ਤੋਂ ਜਾਂ ਬਿਨਾਂ ਕਿਸੇ ਨੂੰ ਲੋੜ ਨਾ ਹੋਵੇ ਉੱਥੇ ਜਾ ਕੇ ਬਸ ਲੈਕਚਰ ਦੇਵਾਂ, ਮੈਂ ਮਤਲਬ ਆਪਣਾ ਨੇਮ ਫੇਮ ਖੱਟਾਂ, ਉਹ ਮੇਰੀ ਆਦਤ ਨਹੀਂ ਹੈਗੀ। ਤੇ ਮਨਦੀਪ ਜੀ, ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਵੀ ਸਾਰੇ ਮੁੱਦੇ ਤੇ ਸਿਆਸਤ ਕਰ ਰਹੀ ਹੈ? ਕੀ ਕਰ ਰਹੇ ਆ ਦੱਸੋ? ਕੈਪਟਨ ਅਮਰਿੰਦਰ ਸਿੰਘ ਨੇ ਸ਼ਦਾਈ ਨਹੀਂ ਬਣਾਇਆ ਲੋਕਾਂ ਨੂੰ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜਾ ਮਤਲਬ ਕਹਿੰਦੇ ਜੀ ਮੈਂ ਬਿੱਲ ਉਲਟ ਪਾਸ ਕਰ ਦਿੱਤਾ। ਇਹ ਪੋਸੀਬਲ ਹੈ? ਭੰਡਾਰੀ ਸਾਹਿਬ ਇਹ ਪੜ੍ਹੇ ਲਿਖੇ ਬੱਚੇ ਨੇ, ਇਹਨਾਂ ਨੂੰ ਪੁੱਛੋ ਕਿ ਦੇਸ਼ ਦੀ ਸੰਸਦ 'ਚ ਕਾਨੂੰਨ ਪਾਸ ਹੋਇਆ ਹੋਵੇ ਤੇ ਉਹਨੂੰ ਵਿਧਾਨ ਸਭਾ ਕੈਂਸਲ ਕਰ ਸਕਦੀ ਹੈ? ਉਹਦਾ ਤੁੱਕ ਹੀ ਕੋਈ ਨਹੀਂ ਸੀ। ਸਿਰਫ ਹਰ ਬੰਦਾ ਆਪਣਾ ਜਿਹੜਾ ਜ਼ਮੀਨ ਅਗਲੀ ਆਉਣ ਵਾਲੀ ਇਲੈਕਸ਼ਨ ਹੈ 2022 ਦੀ, ਉਹ ਜ਼ਮੀਨ ਜਿਹੜੀ ਉਹਨੂੰ ਵਾਹ ਰਿਹਾ, ਉਹਨੂੰ ਤਲਾਸ਼ ਕਰ ਰਿਹਾ। ਕੀ ਫਾਇਦਾ ਹੋਇਆ? ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਬਿੱਲ ਵੀ ਰੱਦ ਕੀਤੇ ਸੀਗੇ। ਮੇਰਾ ਨਿੱਜੀ ਤੌਰ ਤੇ ਉਸ ਬੰਦੇ ਨਾਲ ਪਿਆਰ ਹੈ, ਪਰ ਜੇ ਸੂਬੇ ਪ੍ਰਤੀ ਜੋ 2002 ਤੋਂ 7 ਵਾਲਾ ਕੈਪਟਨ ਸੀਗਾ ਉਹ ਨਹੀਂ ਹੈਗਾ ਤੇ ਕੀ ਮੈਨੂੰ ਦੱਸੋ ਪਾਣੀਆਂ ਦੇ ਬਿੱਲ ਰੱਦ ਹੋ ਗਏ ਅੱਜ ਤੱਕ? ਕੀ ਜਿਹੜੇ ਇਹਨਾਂ ਫਸਲਾਂ ਦੇ ਬਿੱਲ ਨੇ ਰੱਦ ਕੀਤੇ ਸੀ ਉਹ ਰੱਦ ਹੋ ਗਏ? ਕੁਝ ਵੀ ਨਹੀਂ ਹੈ। ਲੋਕਾਂ ਨੂੰ ਸ਼ਦਾਈ ਬਣਾਇਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਆਪ ਉੱਥੇ ਧਰਨੇ ਤੇ ਬਹਿ ਜਾਣ ਨਾਲ ਸਿੰਘੂ ਜਾ ਕੇ, ਤੇ ਇਹਨਾਂ ਨੂੰ ਪਤਾ ਲੱਗੇ ਲੋਕ ਇਹਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਨੇ। ਬਿੱਟੂ ਦਾ ਪਿਆਰ ਚੈੱਕ ਕਰ ਹੀ ਦਿੱਤਾ ਨਾ ਲੋਕਾਂ ਨੇ।
ਅੱਛਾ, ਸਾਡੇ ਨਾਲ ਡਾਕਟਰ ਅਨੁਰੀਤ ਨੇ, ਇਹਨਾਂ ਵੱਲੋਂ ਉੱਥੇ ਮੈਡੀਕਲ ਕੈਂਪ ਵੀ ਲਾਏ ਗਏ ਨੇ। ਡਾਕਟਰ ਸਾਹਿਬ ਥੋੜਾ ਦੱਸਣਾ, ਇੱਕ ਤੇ ਮੈਡੀਕਲ ਕੈਂਪ ਲਾਏ ਜਾਂਦੇ ਨੇ, ਇੱਕ ਉੱਥੇ ਜਿਹੜੀ ਹੋਰ ਤੁਹਾਡੇ ਮਨ 'ਚ ਕੋਈ ਗੱਲ ਹੈ ਉਹਦੇ ਬਾਰੇ ਵੀ ਦੱਸੋ। ਇੱਕ ਗੱਲ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ 26 ਨੂੰ ਜੋ ਵੀ ਹੋਇਆ ਵਾ, ਸਾਡੇ ਨੌਜਵਾਨ ਆਪਾਂ ਸਾਰੇ ਕਿਸਾਨ ਆਗੂਆਂ ਨੇ ਮਿਲ ਕੇ ਪੀਸਫੁਲ ਰੈਲੀ ਵਾਸਤੇ ਆਪਾਂ ਸਾਰਿਆਂ ਨੇ ਪਲਾਨ ਕੀਤਾ ਹੀ। ਬਟ ਜਦੋਂ ਆਪਾਂ ਉੱਥੇ ਗਏ, ਜਿੱਦਾਂ ਉੱਥੇ ਨਾਕੇ ਲੱਗੇ, ਪੁਲਿਸ ਵਾਲਿਆਂ ਨੇ ਜਾਣਬੁੱਝ ਕੇ ਸਾਨੂੰ ਰੂਟ ਹੀ ਉਹ ਜਿਹੇ ਦਿੱਤੇ। ਉੱਥੇ ਸਾਰੇ ਕਿਸਾਨ ਸੀ ਹੈ ਨਾ, ਜਿੰਨੇ ਵੀ ਨੌਜਵਾਨ ਹੈਗੇ, ਉਹਨਾਂ ਨੂੰ ਦਿੱਲੀ ਦੇ ਰੂਟਸ ਨਹੀਂ ਪਤਾ। ਮੈਨੂੰ ਫੋਨ ਕਰਕੇ ਇਦਾਂ ਦੱਸਿਆ ਗਿਆ ਹੈਗਾ ਵਾ ਕਿ ਭੈਣ ਜੀ, ਸਾਨੂੰ ਜਦੋਂ ਮਤਲਬ ਕਿ ਉੱਥੇ ਬੋਰਡ ਲੱਗਿਆ ਹੋਇਆ ਸੀ ਲਾਲ ਕਿਲੇ ਦਾ, ਫਿਰ ਜਾ ਕੇ ਸਾਨੂੰ ਪਤਾ ਲੱਗਿਆ ਕਿ ਆਪਾਂ ਗਲਤ ਰੂਟ ਤੇ ਆ ਗਏ, ਆਪਾਂ ਲਾਲ ਕਿਲੇ ਦੇ ਵੱਲ ਜਾਂਦੇ ਪਏ ਆ। ਇਹ ਸਾਰੀ ਸਾਜ਼ਿਸ਼ ਸੀ। ਪੁਲਿਸ ਵਾਲੇ ਚਾਹੁੰਦੇ ਸੀ ਕਿ ਉਹ ਲਾਲ ਕਿਲੇ ਦੇ ਕੋਲ ਜਾਣ। ਮਤਲਬ ਉਹ ਇੰਨੀ ਸੁਰੱਖਿਆ ਟਾਈਟ ਹੁੰਦੀ ਵੈਸੇ ਤੇ 26 ਜਨਵਰੀ ਨੂੰ, ਤੁਹਾਨੂੰ ਲੱਗ ਰਿਹਾ ਵੀ ਜਾਣ ਬੁੱਝ ਕੇ ਉਹਨਾਂ ਨੂੰ ਜਾਣ ਦਿੱਤਾ ਗਿਆ? ਪੁੱਛ ਕੇ ਕੀਤਾ ਗਿਆ ਹੈਗਾ ਵਾ। ਐਂਡ ਇਹੋ ਜਿਹੀ ਵੀਡੀਓਜ਼ ਵੀ ਆਈਆਂ ਹੈਗੀਆਂ ਵਾ ਕਿ ਜਦੋਂ ਸਾਰੇ ਕਿਸਾਨ ਲਾਲ ਕਿਲੇ ਦੇ ਕੋਲ ਪਹੁੰਚੇ ਆ, ਜਿਹੜੀ ਪੁਲਿਸ ਹੈਗੀ ਸੀ ਉਹ ਤੇ ਆਰਾਮ ਨਾਲ ਬੈਠੀ ਹੋਈ ਆ, ਉਹਨਾਂ ਨੇ ਕੁਝ ਨਹੀਂ ਕੀਤਾ। ਤੁਸੀਂ ਕੁਝ ਹੋਰ ਕਹਿਣਾ ਚਾਹੋ? ਹਾਂ, ਹੋਰ ਮੈਂ ਇਹ ਕਹਿਣਾ ਚਾਹੁੰਦੀ ਹੈਗੀ ਆ ਕਿ ਜਿਹੜੀ ਮੀਡੀਆ ਹੈਗੀ ਆ ਸਾਡੀ, ਹੈ ਨਾ, ਜਿਹੜੀ ਗੋਦੀ ਮੀਡੀਆ ਹੈਗੀ ਆ, ਉਹ ਸਾਰੇ ਮਤਲਬ ਕਿ ਕਿਸਾਨਾਂ ਨੂੰ ਗਲਤ ਪੋਰਟਰੇ ਕਰਨਾ ਚਾਹੁੰਦੇ ਹੈਗੇ ਆ। ਜਿਹੜੀ ਅਸਲ ਚੀਜ਼ਾਂ ਹੈਗੀਆਂ ਵਾ, ਜੋ ਪੀਸਫੁਲ ਪ੍ਰੋਟੈਸਟ ਹੋਇਆ, ਜਿੰਨੇ ਲੋਕੀ ਆ ਰਹੇ ਆ, ਜੋ ਗੋਲੀਆਂ ਚਲਾਈਆਂ ਗਈਆਂ ਉੱਤੇ, ਉਹ ਵੀ ਕਿਸੇ ਨੇ ਨਹੀਂ ਦਿਖਾਇਆ। ਸਿਰਫ ਸੋਸ਼ਲ ਮੀਡੀਆ ਦੇ ਦੁਆਰਾ ਲੋਕਾਂ ਨੂੰ ਪਤਾ ਲੱਗਦਾ ਪਿਆ ਹੈਗਾ ਵਾ। ਜਿਹੜੀ ਗੋਲੀਆਂ ਚਲਾਈਆਂ ਗਈਆਂ ਹੈਗੀਆਂ ਵਾ, ਉਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ। ਇੱਕ ਸਾਡੇ ਕਿਸਾਨ ਦੀ ਔਨ ਦਾ ਸਪੌਟ ਡੈਥ ਹੋ ਗਈ ਸੀ, ਉਹਨਾਂ ਦਾ ਟਰੈਕਟਰ ਇੱਕਦਮ ਪਲਟ ਗਿਆ ਸੀ, ਉਹ ਪੁਲਿਸ ਦੀ ਗੋਲੀ ਚਲਾਉਣ ਦੀ ਵਜ੍ਹਾ ਤੋਂ ਹੋਇਆ ਸੀ, ਜੋ ਕਿ ਕਿਸੇ ਵੀ ਨਿਊਜ਼ ਚੈਨਲ 'ਚ ਨਹੀਂ ਦਿਖਾਇਆ ਜਾ ਰਿਹਾ। ਐਂਡ ਇਹ ਕਿਸਾਨਾਂ ਨਾਲ ਸਰਾਸਰ ਗਲਤ ਹੁੰਦਾ ਪਿਆ ਹੈਗਾ ਵਾ। ਉੱਥੇ ਡਾਕਟਰ ਸਵਾਈਮਾਨ ਹੈਗੇ ਨੇ, ਜੋ ਕੈਲੀਫੋਰਨੀਆ ਤੋਂ ਆਏ ਹੈਗੇ ਨੇ, ਉਹਨਾਂ ਨੇ ਸ਼ੁਰੂ ਤੋਂ ਉੱਥੇ ਮੈਡੀਕਲ ਕੈਂਪ ਲਗਾਇਆ ਹੈਗਾ ਵਾ। ਉਹਨਾਂ ਦੀ ਟੀਮ ਤੱਕ ਤੇ, ਜੋ ਕਿ ਪੁਲਿਸ ਵਾਲਿਆਂ ਦੀ ਵੀ ਹੈਲਪ ਕਰਦੀ ਪਈ ਸੀ ਮੈਡੀਕਲ ਕੈਂਪ 'ਚ, ਉਹਨਾਂ ਦੀ ਵੀ ਹੈਲਪ ਕਰਦੀ ਪਈ ਸੀ, ਉਹਨਾਂ ਤੱਕ ਤੇ ਅਟੈਕ ਕੀਤਾ ਗਿਆ। ਉਹਨਾਂ ਨੇ ਮੈਡੀਕਲ ਕੈਂਪ ਡਾਕਟਰਸ ਤੱਕ ਨੂੰ ਨਹੀਂ ਛੱਡਿਆ। ਕਿਸਾਨਾਂ ਨੂੰ ਤੇ ਜੋ ਉਹਨਾਂ ਨੇ ਲਾਠੀਚਾਰਜ ਕੀਤਾ, ਠੀਕ ਹੈ, ਜਿਹੜੇ ਲੋਕ ਪੁਲਿਸ ਦੀ ਵੀ ਹੈਲਪ ਕਰਦੇ ਪਏ ਸੀ, ਡਾਕਟਰਸ, ਉਹਨਾਂ ਨੇ ਉਹਨਾਂ ਤੱਕ ਨੂੰ ਨਹੀਂ ਬਖਸ਼ਿਆ। ਹੁਣ ਤੁਹਾਡੀ ਕੀ ਡਿਮਾਂਡ ਹੈ? ਸਾਡੀ ਇਹੀ ਡਿਮਾਂਡ ਹੈਗੀ ਆ ਕਿ ਪਹਿਲੀ ਗੱਲ ਤੇ ਜਿੰਨੀ ਮਤਲਬ ਕਿ ਜਿੱਦਾਂ ਗੋਦੀ ਮੀਡੀਆ ਸਿਰਫ ਇਹ ਦਿਖਾਉਂਦੀ ਪਈ ਆ ਕਿ ਕਿਸਾਨ ਗਲਤ ਹੈਗੇ ਨੇ, ਆਪਾਂ ਬਿਲਕੁਲ ਗਲਤ ਨਹੀਂ ਹੈਗੇ। ਆਪਾਂ ਉਦੋਂ ਦੇ ਉੱਥੇ ਡਟੇ ਪਏ ਹੈਗੇ ਐਂਡ ਆਪਾਂ ਡਟੇ ਰਵਾਂਗੇ ਜਦੋਂ ਤੱਕ ਇਹ ਸਾਰੇ ਲਾਜ਼ ਜਿਹੜੇ ਹੈਗੇ ਆ ਵਾਪਸ ਨਹੀਂ ਲਏ ਜਾਂਦੇ ਹੈਗੇ। ਮੇਰੀ ਬਸ ਇਹ ਅਪੀਲ ਹੈਗੀ ਆ ਕਿ ਜਿੱਦਾਂ ਕਿਸਾਨਾਂ ਬਾਰੇ ਕੋਈ ਨਿਊਜ਼ ਨਹੀਂ ਆਉਂਦੀ, ਦੇਖਿਆ ਜਾਏ ਜਿੰਨੀ ਵੀ ਨਿਊਜ਼ ਆਉਂਦੀ ਹੈ ਸਿਰਫ ਗਲਤ ਆਉਂਦੀ ਹੈਗੀ ਆ, ਉਹ ਨਹੀਂ ਹੋਣਾ ਚਾਹੀਦਾ। ਕਮ ਸੇ ਕਮ ਇਹ ਤੁਸੀਂ ਸਾਥ ਨਹੀਂ ਦੇ ਸਕਦੇ, ਸਾਡੇ ਬਾਰੇ ਗਲਤ ਨਾ ਬੋਲੋ। ਅੱਛਾ ਮਨਦੀਪ ਜੀ, ਤੁਸੀਂ ਕੁਝ ਹੋਰ ਕਹਿਣਾ ਚਾਹੋ? ਮੈਂ ਕਹਿਣਾ ਚਾਹੁੰਦਾ ਜੀ, ਦੇਖੋ ਜਿਹੜੇ ਵੀ ਬੰਦੇ ਉਦਣ ਗਏ ਨੇ ਲਾਲ ਕਿਲੇ ਦੇ ਵਿੱਚ, ਤੁਸੀਂ ਕੀ ਸਮਝਦੇ ਹੋ ਕਿ ਦੇਸ਼ ਦੀ ਸੁਰੱਖਿਆ ਐਡੀ ਕਮਜ਼ੋਰ ਹੈ? ਸਰਕਾਰ ਵੱਲੋਂ ਕਿਤੇ ਨਾ ਕਿਤੇ ਖੁੱਲ੍ਹ ਦਿੱਤੀ ਗਈ, ਕਿਉਂਕਿ ਸਰਕਾਰ ਪਹਿਲੇ ਦਿਨ ਤੋਂ ਹੀ ਚਾਹੁੰਦੀ ਸੀ ਇਹ ਅੰਦੋਲਨ ਥੋੜਾ ਹਿੰਸਕ ਹੋਵੇ ਤੇ ਅਸੀਂ ਇਹਦੇ ਉੱਤੇ ਸਖਤੀ ਕਰੀਏ। ਇਸ ਕਰਕੇ ਖੁੱਲ੍ਹ ਜਿਹੜੀ, ਮੈਨੂੰ ਇਹ ਦੱਸੋ ਕਿਸਾਨ ਦੇਸ਼ ਵਿਰੋਧੀ ਕਿੱਦਾਂ ਹੋ ਸਕਦੇ ਨੇ ਕਿ 26 ਜਨਵਰੀ ਨੂੰ ਸਾਡੇ ਦੇਸ਼ ਦਾ ਜਿਹੜਾ ਸੁਤੰਤਰ ਦਿਵਸ ਮਨਾਇਆ ਜਾਂਦਾ, ਗਣਤੰਤਰ ਦਿਵਸ, ਉਹ ਮਨਾ ਰਹੇ ਨੇ, ਤਿਰੰਗੇ ਝੰਡੇ ਅੱਗੇ ਲਾ ਰਹੇ ਨੇ। ਉਹ ਉੱਥੇ ਜਦੋਂ ਕਿਸੇ ਕਿਸਾਨ ਦੀ ਮੌਤ ਹੁੰਦੀ ਆ ਤੇ ਉਹਦੀ ਜਿਹੜੀ ਲਾਸ਼ ਹੈ, ਡੈੱਡ ਬੋਡੀ, ਉਹ ਤਿਰੰਗੇ 'ਚ ਲਪੇਟ ਕੇ ਆਉਂਦੀ ਹੈ, ਤੇ ਉਹਨੂੰ ਤੁਸੀਂ ਦੇਸ਼ ਵਿਰੋਧੀ ਕਿੱਦਾਂ ਕਹਿੰਦੇ ਹੋ? ਸਰਕਾਰ ਦੀ ਆਪਣੀ ਮਨਸ਼ਾ ਸੀ ਕਿ ਇਹੋ ਜਿਹਾ ਕੋਈ ਕੰਮ ਹੋਵੇ, ਔਰ ਆਪਣੇ ਬੰਦੇ ਜਿਹੜੇ ਵਿੱਚ ਇਹਦੇ ਪਲਾਂਟ ਕੀਤੇ ਗਏ ਸੀਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਡਾਕਟਰ ਰਜਨੀਤ ਗਿੱਲ ਹੈਗਾ। ਡਾਕਟਰ ਗਿੱਲ, ਤੁਸੀਂ ਸਾਰੇ ਐਪੀਸੋਡ ਤੇ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਤੁਸੀਂ ਪੁੱਛਿਆ ਕਿ ਇਹ ਸਾਰੇ ਘਟਨਾਕ੍ਰਮ ਬਾਰੇ ਕੀ ਹੈਗਾ, ਤੇ ਦੇਖੋ ਮੈਂ ਖੁਦ ਡਾਕਟਰ ਸਵਾਈਮਾਨ ਦੀ ਟੀਮ ਦੇ ਵਿੱਚ ਉੱਥੇ 2 ਹਫ਼ਤੇ ਤੱਕ ਟਿਕਰੀ ਰਹਿ ਕੇ ਆਈ ਹੈਗੀਆਂ, ਤੇ ਉਹਨਾਂ ਨੇ ਖੁਦ ਵੀਡੀਓ ਸਾਂਝਾ ਕੀਤੀਆਂ, ਉਹਨਾਂ ਦੀ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ। ਜੋ ਵੀ ਸਾਡੀ ਟੀਮ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਉਹ ਇਹ ਸੀਗੀ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ, ਗਲਤ ਰੂਟ ਵੱਲ ਉਧਰ ਗਾਈਡ ਕੀਤਾ ਗਿਆ। ਉਹਨਾਂ ਨੂੰ ਵੀ ਕਿਹਾ ਗਿਆ ਕਿ ਉਧਰ ਚੱਲ ਜੋ, ਜਿੱਧਰ ਨਹੀਂ ਜਾਣਾ ਸੀਗਾ, ਜਿਹੜੀ ਦਿਸ਼ਾ ਵੱਲ ਬੈਰੀਕੇਡ ਲਾਉਣੇ ਚਾਹੀਦੇ ਸੀਗੇ ਉਧਰ ਨਹੀਂ ਲਾਏ, ਤੇ ਜਿੱਧਰ ਨਹੀਂ ਲਾਉਣੇ ਚਾਹੀਦੇ ਸੀਗੇ ਤੇ ਉਧਰ ਜਾ ਕੇ ਇਹਨਾਂ ਨੂੰ ਉਸ ਲਾਲ ਕਿਲੇ ਵੱਲ ਭੇਜਿਆ। ਕਿਉਂਕਿ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਸਭ ਇਕੱਠੇ ਹੋਏ ਹੋ, ਕਿਉਂ ਪ੍ਰੋਟੈਸਟ ਕਰ ਰਹੇ ਹੋ? ਕਿਉਂਕਿ ਅਸੀਂ ਆਪਣੀ ਆਵਾਜ਼ ਜਿਹੜੀ ਹੈਗੀ ਆ ਉਹ ਅਸੀਂ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ। ਅਸੀਂ ਇਹ ਆਪਣਾ ਜਿਹੜਾ ਉਦੇਸ਼ ਹੈਗਾ ਸਾਰਾ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਸਾਨੂੰ ਸੁਣੋ। ਜਿਹੜਾ ਇਹਨੂੰ ਹਿੰਦੂ ਵਰਸਸ ਸਿੱਖ ਵੀ ਬਣਾਇਆ ਜਾ ਰਿਹਾ ਹੈਗਾ ਅੱਜ, ਇਸ ਮੁੱਦੇ ਨੂੰ, ਇਹ ਹਿੰਦੂ ਵਰਸਸ ਸਿੱਖ ਨਹੀਂ ਆ, ਇਹ ਇੱਕ ਸਿਆਸੀ ਜਾਂ ਰਾਜਨੀਤੀ ਜਾਂ ਮੋਦੀ ਸਰਕਾਰ ਦੀ ਗੰਦੀ ਚਾਲ ਹੈਗੀ ਆ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੁੱਦਾ ਹੈਗਾ ਕਿਸਾਨੀ ਦਾ, ਇਹ ਸਿਰਫ ਕਿਸਾਨੀ ਦਾ ਮੁੱਦਾ ਹੈ। ਪਲੀਜ਼ ਇਸ ਗੱਲ ਨੂੰ ਸਮਝੋ, ਤੇ ਇਸੇ ਗੱਲ ਨੂੰ, ਜੇ ਤੁਹਾਨੂੰ ਕੁਝ ਕਨਫਿਊਜ਼ਨ ਕ੍ਰੀਏਟ ਹੈ, ਪਲੀਜ਼ ਉਹਨਾਂ ਨੂੰ ਪੁੱਛੋ, ਉਹਨਾਂ ਲੋਕਾਂ ਨੂੰ ਜਿਹੜੇ ਇਸ ਨਾਲ ਜੁੜੇ ਹੋਏ ਨੇ, ਉਹ ਤੁਹਾਨੂੰ ਐਕਸਪਲੇਨ ਕਰ ਸਕਦੇ ਨੇ। ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਇਹ ਸਾਰਾ ਜੇ ਕਿਸਾਨ ਬਿੱਲ ਰੱਦ ਨਹੀਂ ਹੁੰਦੇ ਪਾਸ ਹੁੰਦੇ, ਆਮ ਆਦਮੀ ਤੇ ਕੀ ਇਹਦਾ ਇਫੈਕਟ ਪਊਗਾ?
ਦੇਖੋ ਜੀ ਇਹ ਜਿਹੜੇ ਕਾਨੂੰਨ ਨੇ ਜਦੋਂ ਆਪਾਂ ਇਹਨਾਂ ਨੂੰ ਖੁਦ ਪੜ੍ਹ ਕੇ ਦੇਖੀਏ ਇਹਨਾਂ ਦਾ ਫਰੇਮਵਰਕ ਇਹਨਾਂ ਦਾ ਇਹੀ ਗਲਤ ਹੈਗਾ। ਜਿਹੜੀਆਂ ਸੋਧਾਂ ਦੀ ਗੱਲ ਕਰਦੇ ਹੈਗੇ ਨੇ ਕਿਉਂਕਿ ਜਦੋਂ ਉਹਦਾ ਢਾਂਚਾ ਉਹਦਾ ਸਟਰਕਚਰ ਹੀ ਗਲਤ ਹੈਗਾ, ਸੋਧਾਂ ਦਾ ਕੋਈ ਮਤਲਬ ਨਹੀਂ ਹੈਗਾ। ਤੇ ਇਹਦੇ ਨਾਲ ਇੱਕ ਜਿਹੜਾ ਕਿਸਾਨ ਹੈਗਾ ਉਹਦੇ ਚ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ, ਕੋਈ ਸੇਫ ਗਾਰਡ ਨਹੀਂ ਹੈਗਾ ਕਿਸਾਨਾਂ ਦੇ ਲਈ, ਕੋਈ ਕੋਰਟ ਨਹੀਂ ਜਾ ਸਕਦਾ ਹੈਗਾ। ਤੇ ਇਹਦੇ ਨਾਲ ਬਹੁਤ ਹੀ ਉਸ ਨੂੰ ਹੋਰ ਸ਼ਾਇਦ ਦਬਾਉਣ ਦੀ, ਕੁਚਲਣ ਦੀ, ਗਰੀਬ ਬਣਾਉਣ ਦੀ ਸਾਜ਼ਿਸ਼ ਹੈ। ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਡਿਵੈਲਪਮੈਂਟ ਦੀ ਗੱਲ ਕਰਨੀ ਚਾਹੀਦੀ है, उन्होंने दबाण कुचलन वाले कानून नहीं पास करने चाहिए। ये देखिए ये तमाम लोग जो हैं प्रोटेस्ट कर रहे हैं। इनका कहना है कि केंद्र सरकार की ओर से जो तीनों कानून लाए गए हैं वो जब तक रद्द नहीं होंगे किसान ऐसे ही संघर्ष करता रहेगा। किसानों पर जुल्म जो है उसे कतई बर्दाश्त नहीं किया जाएगा। ज़रूरत पड़ी तो ये लोग भी दिल्ली जाने के तैयार हैं। ये डॉक्टर हैं, ये डॉक्टर साहिबा हैं, 2 सप्ताह तक वहाँ रह कर भी आई हैं। हमारी भी यही दरख्वास्त है कि इस मुद्दे को जितनी जल्दी सरकार हल कर सके इसे हल किया जाए, नहीं तो कहीं ऐसा ना हो कि बात बिगड़ जाए। अमृतसर से D4 न्यूज़ के लिए दीपक भंडारी की खास रिपोर्ट।